सरदीन दयाल न तुम सर। अब पतियार क्या कीजै, बचनी तोर मोर मन मानै। जन कौ पूरन दीजै, हाँ बल बल जाओ। रामैया कारने कारण कवन अबोल। बहुत जन्म बिछुरे थे माधव, एह जन्म तुम्हारे लेखे। कह रविदास आस लग जीवों, चिर भयो दर्शन देखे। दरमादे ठाडे दरबार, तुझ बिन सुरत करे को मेरी। दर्शन दीजै खोल किवार। सतनाम श्री वाहिगुरु साहिब जीओ। नामदेव आओ कलंदर केसवा, कर अबदाली भेसवा। आओ कलंदर केसवा, कर अबदाली भेसवा। रहाओ जिन आकाश कुलह सिर कीनी, कौसै सपत पयाला। चमर पोस का मंदर तेरा, एह बिद बने गोपाला। छपन कोट का पेहण तेरा, 16 सहस इजारा। पार 18 मुदगर तेरा, सहनक सब संसारा। देखी महजिद मन मौलाना, सहज निवाज गुजारै। बीबी कौला स्यो कायन तेरा,
ਨਿਰੰਕਾਰ ਆਕਾਰ ਭਗਤ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰੇ ਸਗਲ ਬੇਦੇਸਵਾ ਭਗਤ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ਨਾਮੇ ਕਾ ਸੁਆਮੀ ਅੰਤਰ ਜਾਮੀ ਫਿਰੇ ਸਗਲ ਬੇਦੇਸਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰਗੱਦੀ ਤੇ ਬਿਰਾਜਮਾਨ ਚਵਰ ਛਤਰ ਤਖਤ ਦੇ ਮਾਲਕ ਜ਼ਾਹਰਾ ਜਹੂਰ ਹਾਜ਼ਰਾ ਹਜੂਰ ਬਾਣੀ ਦੇ ਬੋਹਿਥ ਨਾਮ ਦੇ ਜਹਾਜ਼ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਵਡਭਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਮਿਹਰਾਮਤ ਸਦਕਾ ਸੋਦਰ ਦੇ ਸਜੇ ਹੋਏ ਦੀਵਾਨ ਦੀ ਆਪ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੋ ਭਗਤ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਇਸ ਵਿੱਚੋਂ ਆਪ ਜੀ ਨੇ ਭੈਰੋਂ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਭੈਰੋਂ ਰਾਗ ਦੇ ਅੰਤਮ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਇਸ ਸ਼ਬਦ ਤੋਂ ਬਾਅਦ ਰਾਗ ਬਸੰਤ ਆਰੰਭ ਹੁੰਦਾ ਹੈ। ਕਿਸੇ ਵੀ ਰਾਗ ਦੇ ਅੰਦਰ ਜੋ ਬਾਣੀ ਦੀ ਤਰਤੀਬ ਹੈ, ਸ਼ਬਦ, ਅਸ਼ਟਪਦੀਆਂ, ਛੰਤ, ਵਾਰ ਤੇ ਫਿਰ ਭਗਤ ਬਾਣੀ। ਪਹਿਲਾਂ ਸਤਿਗੁਰੂ ਜੀ ਦੇ ਸ਼ਬਦ, ਫਿਰ ਸਤਿਗੁਰੂ ਜੀ ਦੀਆਂ ਅਸ਼ਟਪਦੀਆਂ, ਫਿਰ ਛੰਤ, ਫਿਰ ਵਾਰ। ਇਸ ਤੋਂ ਬਾਅਦ ਫਿਰ ਕਿਸੇ ਵੀ ਰਾਗ ਦੇ ਅਖੀਰ ਦੇ ਉੱਤੇ ਉਸ ਰਾਗ ਵਿੱਚ ਜਿਹੜੀ ਹੈ ਉਹ ਭਗਤਾਂ ਦੀ ਬਾਣੀ ਹੈ। ਤੋ ਭਗਤ ਬਾਣੀ ਵਿੱਚੋਂ ਵੀ ਇਹ ਅਖੀਰਲਾ ਸ਼ਬਦ ਹੈ। ਇਸ ਤੋਂ ਬਾਅਦ ਇਹ ਭੈਰੋਂ ਰਾਗ ਦੀ ਸਮਾਪਤੀ ਹੋ ਜਾਂਦੀ ਹੈ। ਭਗਤ ਬਾਣੀ ਦੀ ਵੀ ਸਮਾਪਤੀ ਭੈਰੋਂ ਰਾਗ ਦੇ ਅੰਦਰ। ਤੋ ਆਓ ਅੱਜ ਦੇ ਦੀਵਾਨ ਦੇ ਅੰਦਰ ਭਗਤ ਨਾਮਦੇਵ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਇਸ ਗੁਰ ਸ਼ਬਦ ਦੀ ਵਿਚਾਰ ਆਪ ਜੀ ਸਰਵਨ ਕਰਨ ਦੀ ਕਿਰਪਾਲਤਾ ਕਰੋ। ਮਨ ਬਿਰਤੀਆਂ ਜੋੜੋ ਜੀ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਾਵਨ ਸ਼ਬਦ ਦੀਆਂ ਪਹਿਲੀਆਂ ਦੋ ਪੰਕਤੀਆਂ ਜਿਹੜੀਆਂ ਹਨ ਉਹ ਰਹਾਉ ਦਾ ਪਦਾ ਹਨ। ਭਗਤ ਨਾਮਦੇਵ ਜੀ ਬਤਨ ਕਰਦੇ, ਆਓ ਕਲੰਦਰ ਕੇਸ਼ਵਾ
ਕਰ ਅਬਦਾਲੀ ਪੇਸ਼ਵਾ। ਭਗਤ ਨਾਮਦੇਵ ਜੀ ਉਸ ਅਕਾਲ ਪੁਰਖ ਵਾਹਿਗੁਰੂ ਜਿਹੜਾ ਨਿਰਗੁਣ ਸਰੂਪ ਦੇ ਅੰਦਰ ਸਮੁੱਚੀ ਰਚਨਾ ਦੇ ਅੰਦਰ ਵੱਖ-ਵੱਖ ਰੂਪਾਂ ਤੇ ਰੰਗਾਂ ਦੇ ਅੰਦਰ ਪਸਰਿਆ ਹੋਇਆ ਹੈ, ਉਸ ਵੱਖ-ਵੱਖ ਰੂਪਾਂ ਰੰਗਾਂ ਦੇ ਅੰਦਰ ਪਸਰੇ ਹੋਏ ਨਿਰਗੁਣ ਬ੍ਰਹਮ, ਜਿਸ ਨੂੰ ਸਧਾਰਨ ਅੱਖਾਂ ਨਹੀਂ ਦੇਖ ਸਕਦੀਆਂ, ਜਿਹੜੀ ਮਨ ਦੀ ਅਵਸਥਾ, ਮਨ ਦੇ ਅੰਦਰ ਵਿਵੇਕ ਬੁੱਧ ਹੈ, ਅਧਿਆਤਮਿਕ ਪ੍ਰਕਾਸ਼ ਹੈ, ਜਿਹੜਾ ਕਿਸੇ ਵੀ ਮਨੁੱਖ ਦੇ ਅੰਦਰ ਜਦੋਂ ਮਾਲਕ ਦੀ ਬਖਸ਼ਿਸ਼ ਦੇ ਨਾਲ ਹਉਮੈ ਦਾ ਪੂਰਨ ਤੌਰ ਦੇ ਉੱਤੇ ਅਭਾਵ ਹੋ ਜਾਂਦਾ ਹੈ, ਜਦੋਂ ਮੈਂ ਮੇਰੀ ਅੰਦਰੋਂ ਬਿਲਕੁਲ ਮਿਟ ਜਾਂਦੀ ਹੈ, ਸਿਮਰਨ ਭਗਤੀ ਬੰਦਗੀ ਸਤਿਗੁਰੂ ਦੀ ਸ਼ਰਨ ਵਿੱਚ ਪੈ ਕੇ ਕੀਤੀ ਹੋਈ ਜਦੋਂ ਜੀਵਨ ਵਿੱਚ ਫਲ ਦਿੰਦੀ ਹੈ, ਸਫਲਤਾ ਦਿੰਦੀ ਹੈ, ਤੇ ਜੀਵ ਨੂੰ ਉਸ ਦੇ ਨਾਲ ਇੱਕ ਐਸੀ ਅਧਿਆਤਮਿਕ ਅਵਸਥਾ ਪ੍ਰਾਪਤ ਹੁੰਦੀ ਹੈ, ਇੱਕ ਹਿਰਦੇ ਦੇ ਅੰਦਰ ਐਸਾ ਪ੍ਰਕਾਸ਼ ਹੁੰਦਾ ਹੈ, ਅਧਿਆਤਮਿਕ ਪ੍ਰਕਾਸ਼, ਜਿਹਨੂੰ ਬਾਣੀ ਦੇ ਅੰਦਰ ਪ੍ਰਗਾਸ ਕਿਹਾ ਗਿਆ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਮਨ ਦੇ ਅੰਦਰ ਜੋ ਪ੍ਰਗਾਸ ਹੈ, ਇੱਕ ਬਾਹਰ ਪ੍ਰਕਾਸ਼ ਹੈ, ਅੰਦਰ ਪ੍ਰਗਾਸ ਹੈ। ਪ੍ਰਕਾਸ਼ ਸਥੂਲ ਹੈ, ਇਹ ਸਥੂਲ ਵਸਤੂਆਂ ਨੂੰ ਸਾਡੇ ਦ੍ਰਿਸ਼ਟੀ ਗੋਚਰ ਕਰਦਾ ਹੈ। ਜਿਹੜੀ ਸਾਡੀ ਦ੍ਰਿਸ਼ਟੀ ਹੈ, ਉਸ ਦ੍ਰਿਸ਼ਟੀ ਦੇ ਅੰਦਰ ਰੂਪ ਰੰਗ ਆਕਾਰ ਦੀ ਜਿਹੜੀ ਸੂਝ ਹੈ, ਜਿਹੜਾ ਗਿਆਨ ਹੈ, ਉਹਦੇ ਵਾਸਤੇ ਸਾਡੀ ਜਿਹੜੀ ਅੱਖ ਹੈ, ਇਹ ਇੱਕ ਗਿਆਨ ਇੰਦਰੀ ਹੈ। ਰੂਪ ਰੰਗ ਵਾਲੀ ਵਸਤੂ ਦਾ ਜਿਹੜਾ ਗਿਆਨ ਹੈ, ਉਹ ਇਸ ਅੱਖ ਦੇ ਨਾਲ ਹੁੰਦਾ ਹੈ। ਕਈ ਲੋਕ ਕਹਿੰਦੇ ਰੱਬ ਜੇ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ? ਦਰਅਸਲ ਰੱਬ ਬਾਰੇ ਸਾਨੂੰ ਜਿਹੜੀ ABC ਹੈ ਨਾ, ਜਿਹੜੇ ਬੇਸਿਕ ਹੈ ਰੱਬ ਦੇ, ਜਦੋਂ ਉਹ ਹੀ ਨਹੀਂ ਪਤਾ ਹੁੰਦੇ, ਫਿਰ ਸਾਡੀ ਜਿਹੜੀ ਆਪਣੀ ਅਵਸਥਾ ਹੁੰਦੀ ਨਾ, ਆਪਣੀ ਮਨ ਦੀ ਅਵਸਥਾ ਹੁੰਦੀ, ਜਿੰਨੀ ਕੁ ਸਾਨੂੰ ਸਮਝ ਹੁੰਦੀ ਹੈ ਕਿਸੇ ਸਬਜੈਕਟ ਦੀ, ਅਸੀਂ ਚਾਹੁੰਦੇ ਵੀ ਸਾਡੀ ਓਨੀ ਕੁ ਸਮਝ ਵਿੱਚ ਸਾਡੀ ਗੱਲ ਦਾ ਜਵਾਬ ਦਿੱਤਾ ਜਾਏ। ਬਈ ਜੇ ਰੱਬ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਨੂੰ ਜਿੱਦ ਹੈ ਵੀ ਅਸੀਂ ਰੱਬ ਨੂੰ ਦੇਖਣਾ ਤੇ ਫਿਰ ਰੱਬ ਦੇ ਉੱਤੇ ਵਿਸ਼ਵਾਸ ਕਰਨਾ। ਸਾਨੂੰ ਇੱਦਾਂ ਲੱਗਦਾ ਵੀ ਰੱਬ ਵੀ ਕੋਈ ਰੂਪ ਰੰਗ ਆਕਾਰ ਵਾਲੀ ਵਸਤੂ ਹੈ, ਸਥੂਲ ਵਸਤੂ ਹੈ। ਜਿਵੇਂ ਅਸੀਂ ਬਾਕੀ ਚੀਜ਼ਾਂ ਦੇਖਦੇ ਹਾਂ, ਇਸੇ ਤਰੀਕੇ ਰੱਬ ਨੂੰ ਵੀ ਸਿਰਫ ਦੇਖਣਾ ਅੱਖਾਂ ਨਾਲ ਹੀ ਚਾਹੀਦਾ, ਜਾਂ ਅੱਖਾਂ ਨਾਲ ਦੇਖੇ ਤੋਂ ਬਿਨਾਂ ਸਾਡੇ ਮਨ ਦੇ ਅੰਦਰ ਪ੍ਰਤੀਤ ਨਹੀਂ ਆਉਂਦੀ। ਫਿਰ ਅੱਖਾਂ ਵੀ ਅਸੀਂ ਆ ਹੀ ਰੱਖਣੀਆਂ ਚਾਹੁੰਦੇ ਹਾਂ, ਤੇ ਜੇ ਸਾਡੇ ਮਨ ਦੀ ਇਹੀ ਅਵਸਥਾ ਹੈ, ਫਿਰ ਮਾਫ ਕਰਨਾ, ਅਸੀਂ ਇਹਨਾਂ ਅੱਖਾਂ ਨਾਲ ਸ਼ਾਇਦ ਰੱਬ ਨੂੰ ਨਾ ਦੇਖ ਸਕੀਏ। ਇਸੇ ਸਟੇਟ ਆਫ ਮਾਈਂਡ ਦੇ ਅੰਦਰ, ਇਸੇ ਮਨ ਦੀ ਅਵਸਥਾ ਦੇ ਅੰਦਰ, ਐਜ਼ ਇਟ ਇਜ਼, ਜਿੱਦਾਂ ਅਸੀਂ ਹਾਂ ਉੱਦਾਂ ਹੀ ਅਸੀਂ ਰੱਬ ਨੂੰ ਇਹਨਾਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ। ਇਹ ਸਾਡੀ ਅਗਿਆਨਤਾ ਔਰ ਨਾ ਸਮਝੀ ਦਾ ਪ੍ਰਤੀਕ ਹੈ। ਆਪੇ ਹੀ ਅਸੀਂ ਨਾਸਤਕ ਹੋ ਜਾਂਦੇ, ਆਪੇ ਹੀ ਆਪਾਂ ਰੱਬ ਦੀ ਹੋਂਦ ਨੂੰ ਰਿਜੈਕਟ ਕਰ ਦਿੰਦੇ ਹਾਂ।
जद कि सच्चाई ये है कि गुरु महाराज ने बाणी के अंदर एक गल बिल्कुल स्पष्ट कह दी है भी जे तू रूप रंग आकार वाली वस्तु रब नूं समझदा है तो फिर ये गलत है। रूप ना रेख ना रंग किछ त्रै गुण ते प्रभ भिन्न। शुरू तो ही महाराज ने कहता भी वह रूप रंग ही कोई नहीं, वह आकार ही कोई नहीं। तू रूप रंग देखना चाहना है, तू उसनूं इसे अवस्था के अंदर आकार में वेखना चाहना है। वह आकार लै सकता है, कोई भी आकार लै सकता है, वो वास्ते कोई गल इंपॉसिबल नहीं है। पर वो एक अपवाद है, वो एक एक्सैप्शन है। पर सच्चाई ये है कि रब का कोई रूप रंग आकार नहीं है। चक्कर चिहन अर बरन जात अर पात नहन जे, रूप रंग अर रेख भेख को कह न सकत के। महाराज कहते मैं भी नहीं दस सकता, कोई भी नहीं दस सकता। जे तू रब नूं देखना चाहना, गोरा काला पतला मोटा उच्चा छोटा 2 4 6 8 10 बाहां वाला होवे, साडे वर्गा कोई वह आकार होवे, साडे तो कोई वखरा हो जाए, होर किसी मत का यह सिद्धांत हो सकता है, होर किसी मत का इष्ट स्थूल हो सकता है। पर जिहड़ा गुरु साहब का इष्ट है, जिहड़ा सिख का इष्ट है, वो निर्गुण है, वो रूप रंग आकार तो रहत है, वो परम शक्ति है। ਜਿਹੜੀ परम शक्ति नूं मनुख शरीर दी अखां नाल नहीं देख सकता। से अखड़ियां बयान जिन्नी डिसंदो मां पेरी, महाराज ने बाणी विच आखिया। वो अखां होर ही ने, ये अखां नहीं है। तू इन्हां अखां नाल देखण दी जिद करके अपनी नासमझी दा प्रतीक है। ये तेरी जिद हो सकती है, पर इस जिद का कोई हल नहीं है। क्योंकि जिहड़ी गल गुरु महाराज ने बाणी विच कह दी, से अखड़ियां बयान, बयान तो भाव होर ही ने, ऐ नहीं है। जिन्नी डिसंदो मां पिरी, जिहदे नाल मेरा वो प्यारा दिसदा है, उस नूं देखण वास्ते जिहड़ी सब तो जरूरी गल है वो है मन। मन की अवस्था गुरु की कृपा दे नाल जदों मन आत्ममुखी हो करके उस करते पुरख मालक दियां वडियाइयां करदियां इस सारे पसारे विचों दिसदे जगत दे पसारे विचों उस अन दिसदी प्रभु की जिहड़ी होंद है उस नूं रियलाइज कर लैंदा है। जिस जीव ने मन करके गुरु दे शब्द दे नाल अपने आपे दी घाड़त घड़ी है, वो बंदे जीवन दे अंदर परमात्मा नूं देख सकते हैं। देख सकते तो भाव अनुभव कर सकते हैं। जिन्नी डिसंदो, डिसंदो का अर्थ भी क्योंकि वकैबलरी है, इसका अर्थ देखिया ही जाना। जिद्दां अंग्रेजी के अंदर आप कह दें किसी को कोई गल समझाओ, कहता आई सी, आई सी। सी का अर्थ तो देखना होंदा, वो कहता आई सी। जदों उन्होंने समझ लग जाए कहता आई सी, मैं लग गई, समझ लग गई। पर वो सी का मतलब देखना नहीं है। वो तो कोई गल असीं उन्होंने दसदे हाँ, वो कहता आई सी, मैनूं समझ लग गई है। जिद्दण सानूं रब की समझ लग जाएगी, उस दिन रब नूं असीं कह सकते कि असीं रब नूं देख लिया। रब नूं शरीर दीयां अखां नाल देखण तो पहलां रब नूं मन दीयां अखां खोल के समझना जरूरी है। जिन्हां ने समझिया है उन्हां वास्ते सारी दुनिया ही रब दा पसारा है। नास्तिक कहता रब कित्थे दिसदा क्यों नहीं, आस्तिक परमेश्वर दा भगत कहता रब तो सवा कुछ दिसदा ही नहीं। ये स्थूल भी रब दी उस अकाल पुरख वाहिगुरू दी कला, इहदे विचों भी तां रब ही नज़र आ रहा। जदों सोदर दे सोहला साहब की बाणी च पाठ करदियां गुरु नानक साहब महाराज जी का बचन असी आरती वाला धनासरी राग के अंदर पढ़ते हैं। देखो ब्रह्म दृष्टि है, आ जिहड़ा शब्द है ना भगत नामदेव जी का, इसकी शब्दावली बड़ी औखी है। पर इस शब्दावली में जिहड़ी ब्रह्म दृष्टि है
ਉਹ ਬ੍ਰਹਮ ਦ੍ਰਿਸ਼ਟੀ ਇਹ ਹੈ ਜਦੋਂ ਮਨ ਕਰਕੇ ਆਪਾ ਭਾਵ ਤੋਂ ਜੀਵ ਮੁਕਤ ਹੋ ਜਾਂਦਾ ਤੇ ਫਿਰ ਉਸ ਵਾਹਿਗੁਰੂ ਦੇ ਨਿਰਗੁਣ ਸਰੂਪ ਨੂੰ ਹਰ ਸ਼ੈ ਦੇ ਅੰਦਰ, ਹਰ ਚੀਜ਼ ਦੇ ਅੰਦਰ ਦੇਖ ਲੈਂਦਾ। ਮਹਾਰਾਜ ਕਹਿੰਦੇ ਗਗਨ ਮੈਂ ਛਾਲ, ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਆਪਾਂ ਵੀ ਤਾਂ ਆਕਾਸ਼ ਦੇਖਦੇ ਹਾਂ, ਆਪਾਂ ਵੀ ਸੂਰਜ ਦੇਖਦੇ ਹਾਂ, ਆਪਾਂ ਵੀ ਤਾਰੇ ਦੇਖਦੇ ਹਾਂ, ਆਪਾਂ ਵੀ ਹਵਾ ਮਹਿਸੂਸ ਕਰਦੇ ਹਾਂ। ਕਦੀ ਸਾਡੇ ਅੰਦਰ ਤਾਂ ਇਹ ਖਿਆਲ ਨਹੀਂ ਪੈਦਾ ਹੋਇਆ ਕਿ ਪਰਮਾਤਮਾ ਤੇਰੀ ਆਰਤੀ ਹੋ ਰਹੀ ਹੈ। ਗੁਰੂ ਸਾਹਿਬ ਦੇ ਮਨ ਦੇ ਅੰਦਰ ਖਿਆਲ ਹੋ ਰਿਹਾ ਕਿ ਗੁਰੂ ਸਾਹਿਬ ਕੋਲ ਸਾਡੇ ਤੋਂ ਇਲਾਵਾ ਕੋਈ, ਦੋ ਤੋਂ ਇਲਾਵਾ ਕੋਈ ਤੀਜੀ ਅੱਖ ਸੀ। ਉਹਨਾਂ ਨੇ ਕਿਤੇ ਆਕਾਸ਼ ਨੂੰ, ਸੂਰਜ ਨੂੰ, ਤਾਰਿਆਂ ਨੂੰ ਕਿਹੜੀ ਅੱਖ ਨਾਲ ਦੇਖਿਆ ਹੋਏਗਾ। ਜਦੋਂ ਉਹਨਾਂ ਦੇ ਅੰਦਰ ਇੰਨਾ ਵਿਸਮਾਦ ਪੈਦਾ ਹੋ ਗਿਆ, ਪਰਮਾਤਮਾ ਵਾਹ ਕਮਾਲ ਦੀ ਤੇਰੀ ਆਰਤੀ ਹੋ ਰਹੀ। ਲੋਕੀ ਮੰਦਰਾਂ ਵਿੱਚ ਆਰਤੀ ਕਰਦੇ, ਧਾਰਮਿਕ ਸਥਾਨਾਂ ਵਿੱਚ ਆਰਤੀ ਕਰਦੇ, ਛਾਲ ਵਿੱਚ ਦੀਵੇ ਪਾ ਕੇ ਆਰਤੀ ਕਰਦੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਅੰਦਰ ਤਾਂ ਉਹ ਬ੍ਰਹਮ ਨਿਰਗੁਣ ਬ੍ਰਹਮ ਜਿਹਦਾ ਪਸਾਰਾ ਹੈ, ਜਿਹਦੀ ਕਲਾ ਵਰਤ ਰਹੀ ਹੈ, ਜਿਹਦੀ ਖੇਡ ਵਰਤ ਰਹੀ ਹੈ। ਮਹਾਰਾਜ ਕਹਿੰਦੇ ਮੇਰੇ ਵਾਸਤੇ ਤਾਂ ਉਹ ਆਰਤੀ ਹੈ, ਤੁਸੀਂ ਇੱਦਾਂ ਆਰਤੀ ਕਰਦੇ ਹੋ, ਪਰ ਮੇਰੇ ਵਾਸਤੇ ਤਾਂ ਆਰਤੀ ਕਰਨ ਦੀ ਜ਼ਰੂਰਤ ਹੀ ਨਹੀਂ ਹੈ। ਮੈਨੂੰ ਤਾਂ ਹਰ ਸ਼ੈ ਦੀ ਘਟਨਾ ਵਿੱਚੋਂ ਬ੍ਰਹਮ ਦੀ ਵਡਿਆਈ ਨਜ਼ਰ ਆ ਰਹੀ ਹੈ। ਮੈਨੂੰ ਇਹ ਆਕਾਸ਼, ਇੱਕ ਗਗਨ ਜਿਹੜਾ ਇਹ ਛਾਲ ਦੀ ਤਰ੍ਹਾਂ ਨਜ਼ਰ ਆ ਰਿਹਾ, ਸਾਨੂੰ ਨਹੀਂ ਨਜ਼ਰ ਆਇਆ। ਮੈਨੂੰ ਇਹ ਸੂਰਜ ਤੇ ਚੰਦਰਮਾ ਦੀਵੇ ਦੀ ਤਰ੍ਹਾਂ ਨਜ਼ਰ ਆ ਰਹੇ ਨੇ, ਸਾਨੂੰ ਨਹੀਂ ਨਜ਼ਰ ਆਉਂਦੇ। ਸਾਨੂੰ ਤਾਂ ਸੂਰਜ ਚੰਦਰਮਾ ਹੀ ਲੱਗਦਾ। ਫਿਰ ਫਰਕ ਕਿੱਥੇ ਹੈ? ਉਸ ਬ੍ਰਹਮਮਈ ਦ੍ਰਿਸ਼ਟੀ ਦਾ ਹੈ, ਉਸ ਬ੍ਰਹਮਮਈ ਅਵਸਥਾ ਦਾ ਹੈ ਜਿਹਨੂੰ ਪ੍ਰਾਪਤ ਕਰਨਾ ਪੈਂਦਾ, ਜਿਹੜੀ ਸਾਧਨਾ ਦਾ ਨਤੀਜਾ ਹੈ, ਜਿਹੜਾ ਸਾਧਨਾ ਦਾ ਫਲ ਹੈ। ਤੇ ਸਤਿਗੁਰੂ ਮਹਾਰਾਜ ਨੂੰ ਕਿਉਂਕਿ ਉਹ ਦ੍ਰਿਸ਼ਟੀ ਪ੍ਰਾਪਤ ਹੈ, ਇਸ ਕਰਕੇ ਮਹਾਰਾਜ ਨੇ ਦੇਖ ਕੇ ਸਾਨੂੰ ਉਹ ਸਮਝਾਇਆ ਹੈ, ਉਹਦੀ ਵਡਿਆਈ ਦ੍ਰਿੜ ਕਰਾਈ ਹੈ। ਧੂਪ ਮਲਿਆਣ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ, ਸਹਿਸ ਤਵ ਨੈਣ ਨਨ ਨੈਣ ਹੈ ਤੋਹੀ ਕਹੋ, ਸਹਿਸ ਮੂਰਤ ਨਾ ਏਕ ਤੋਹੀ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਵਾਹ ਕਮਾਲ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਤੂੰ ਮੇਰੇ ਮਨ ਨੂੰ ਹੀ ਮੋਹ ਲਿਆ। ਤੇਰੇ ਲੱਖਾਂ ਹੀ ਹੱਥ ਨੇ, ਲੱਖਾਂ ਹੀ ਤੇਰੇ ਪੈਰ ਨੇ, ਲੱਖਾਂ ਹੀ ਤੇਰੇ ਨੱਕ ਨੇ, ਲੱਖਾਂ ਹੀ ਤੇਰੇ ਕੰਨ ਨੇ। ਜਿੰਨੇ ਬੰਦੇ ਨੇ ਸਾਰਿਆਂ ਦੇ ਅੰਦਰ ਜਿਹੜੀਆਂ ਅੱਖਾਂ, ਮੈਨੂੰ ਤੇਰੀਆਂ ਹੀ ਅੱਖਾਂ ਲੱਗਦੀਆਂ, ਕਿਉਂਕਿ ਮੈਂ ਇਹਨਾਂ ਸਾਰਿਆਂ ਵਿੱਚ ਸੂਖਮ ਰੂਪ ਦੇ ਅੰਦਰ ਤੈਨੂੰ ਦੇਖ ਲਿਆ। ਜਦੋਂ ਸੂਖਮ ਰੂਪ ਦੇ ਅੰਦਰ ਮਨ ਨੇ ਬ੍ਰਹਮ ਨੂੰ ਦੇਖ ਲਿਆ, ਫਿਰ ਇਹ ਸਾਰਾ ਪਸਾਰਾ ਬ੍ਰਹਮ ਦਾ ਬੜਾ ਵੱਡਾ ਤਮਾਸ਼ਾ ਨਜ਼ਰ ਆਏਗਾ, ਬ੍ਰਹਮ ਦੀ ਬੜੀ ਵੱਡੀ ਖੇਡ ਨਜ਼ਰ ਆਏਗੀ। ਉਸ ਵਿੱਚੋਂ ਬ੍ਰਹਮ ਦੀ ਵਡਿਆਈ ਨਜ਼ਰ ਆਏਗੀ। ਉਹ ਬੰਦਾ ਵੀ ਨਜ਼ਰ ਆਏਗਾ ਤੇ ਬੰਦੇ ਵਿੱਚੋਂ ਰੱਬ ਵੀ ਨਜ਼ਰ ਆਏਗਾ। ਸੰਸਾਰ ਦੇ ਅੰਦਰ ਕੁਦਰਤ ਦੇਖਾਂਗੇ ਤੇ ਕੁਦਰਤ ਵਿੱਚੋਂ ਵੀ ਕਾਦਰ ਹੀ ਵਡਿਆਈ ਨਜ਼ਰ ਆਏਗੀ। ਮਹਾਰਾਜ ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾਇਕ ਤੋਹੀ। ਰੱਬਾ ਤੇਰੀ ਨਿਰਗੁਣ ਸਰੂਪ ਦੇ ਅੰਦਰ ਇੱਕ ਅੱਖ ਵੀ ਨਹੀਂ, ਪਰ ਆ ਜਿਹੜੀਆਂ ਅੱਖਾਂ ਵਾਲੇ ਨੇ ਇਹਦੇ ਵਿੱਚ ਵੀ ਤਾਂ ਤੂੰ ਹੀ ਹੈ। ਮੈਨੂੰ ਇਹ ਲੱਗਦਾ ਵੀ ਤੇਰੀਆਂ ਹੀ ਅੱਖਾਂ ਨੇ। ਉਹ ਅੱਖਾਂ, ਉਹ ਕੰਨ, ਔਰ ਸ਼ਰਵਣ, ਇਹਨਾਂ ਦੇ ਪਿੱਛੇ ਜਿਹੜਾ ਹੈ, ਜਿਹੜਾ ਉਹਨੂੰ ਪਛਾਣ ਲੈਂਦਾ ਹੈ, ਫਿਰ ਇਹ ਸਾਰਾ ਉਸ ਨੂੰ ਉਸ ਦਾ ਤਮਾਸ਼ਾ ਨਜ਼ਰ ਆਉਂਦਾ। ਨਿਰਗੁਣ ਆਪ ਸਰਗੁਣ ਪੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਚ ਥਾਪ ਉਥਾਪ। ਸਤਿਗੁਰੂ ਕਹਿੰਦੇ ਨੇ ਇਹ ਤਾਂ ਉਹਦੀ ਪਰਮਾਤਮਾ ਦੀ ਇੱਕ ਵਡਿਆਈ ਬਣ ਜਾਂਦੀ ਹੈ, ਉਹਦਾ ਇੱਕ ਖੇਡ ਬਣ ਜਾਂਦਾ। ਭਗਤ ਨਾਮਦੇਵ ਜੀ ਉਸ ਬ੍ਰਹਮ ਨੂੰ ਦੇਖਦਿਆਂ ਹੋਇਆਂ ਇੱਕ ਆਪਣੇ ਮਨ ਦੇ ਅੰਦਰ ਉਹ ਕਲੰਦਰ, ਇੱਕ ਫਕੀਰ ਸੂਫੀ ਸੰਤ ਜਿਹੜਾ ਲੰਬਾ ਸਾਰਾ ਚੋਗਾ ਪਾ ਕੇ ਆਇਆ, ਜਿਹੜੇ ਤੰਬਾ ਲਾਇਆ ਹੋਇਆ ਹੈ, ਜਿਨ੍ਹੇ ਸਿਰ ਦੇ ਉੱਤੇ ਟੋਪੀ ਧਰੀ ਹੋਈ ਹੈ, ਜਿਨ੍ਹੇ ਪੈਰਾਂ ਵਿੱਚ ਖੜਾਵਾਂ ਪਾਈਆਂ ਹੋਈਆਂ ਹੈ, ਜਿਹਦੇ ਹੱਥ ਵਿੱਚ ਇੱਕ ਡੰਡਾ ਹੈ, ਜਿਹਦੇ ਹੱਥ ਦੇ ਅੰਦਰ ਇੱਕ ਮਿੱਟੀ ਦੇ ਭਾਂਡਾ ਹੈ,
ਲੋਕੀ ਕਹਿੰਦੇ ਇਹ ਰੱਬ। ਤੇ ਜਿਸ ਭਗਤ ਨਾਮਦੇਵ ਨੂੰ ਬ੍ਰਹਮ ਦ੍ਰਿਸ਼ਟੀ ਮਿਲੀ ਹੈ, ਜਿਵੇਂ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਹੈ, ਧੰਨ ਧੰਨ ਉਹ ਰਾਮ ਬੇਨ ਬਾਜੇ, ਮਧੁਰ ਮਧੁਰ ਧੁਨ ਅਨਹਦ ਗਾਜੇ। ਧੰਨ ਧੰਨ ਮੇਗਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਓਢੈ ਕੰਬਲੀ। ਇੱਥੇ ਤਾਂ ਕਲੰਦਰ ਦੀ ਗੱਲ ਕਰਦੇ ਨਾ। ਭਗਤ ਨਾਮਦੇਵ ਜੀ ਜਦੋਂ ਬੇਦਲਾਂ ਨੂੰ ਦੇਖਦੇ ਨੇ, ਜਦੋਂ ਸੰਸਾਰ ਦੇ ਅੰਦਰ ਉਸ ਦੀ ਪਸਰੀ ਹੋਈ ਵਡਿਆਈ ਨੂੰ ਮਹਿਸੂਸ ਕਰਦੇ ਨੇ, ਉਸ ਦੇ ਹੁਕਮ ਨੂੰ ਮਹਿਸੂਸ ਕਰਦੇ, ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਵਾਹ ਪਰਮਾਤਮਾ, ਤੇਰੇ ਹੁਕਮ ਦੀ ਤਾਂ ਬੰਸਰੀ ਵੱਜ ਰਹੀ ਹੈ। ਜਿਹੜੇ ਕ੍ਰਿਸ਼ਨ ਦੇ ਭਗਤ ਸੀ, ਉਹ ਕ੍ਰਿਸ਼ਨ ਦੀ ਮਹਿਮਾ ਕਰਨ ਲੱਗਿਆਂ ਕਹਿੰਦੇ ਸੀ ਕ੍ਰਿਸ਼ਨ ਬਹੁਤ ਸੋਹਣੀ ਬੰਸਰੀ ਵਜਾਉਂਦਾ ਹੈ। ਹੁਣ ਭਗਤ ਨਾਮਦੇਵ ਜੀ ਦਾ ਕ੍ਰਿਸ਼ਨ ਤਾਂ ਉੱਦਾਂ ਦਾ ਨਹੀਂ ਹੈ ਜਿੱਦਾਂ ਦਾ ਉਹ ਮੰਨਦੇ ਸਨ। ਭਗਤ ਨਾਮਦੇਵ ਜੀ ਨੇ ਤਾਂ ਨਿਰਗੁਣ ਬ੍ਰਹਮ ਨੂੰ ਸਾਰੀ ਕਾਇਨਾਤ ਵਿੱਚੋਂ ਦੇਖਿਆ, ਤੇ ਜਦੋਂ ਕਾਇਨਾਤ ਵਿੱਚ ਉਸ ਦਾ ਹੁਕਮ ਪਸਰਿਆ ਦੇਖਿਆ, ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਵਾਹ ਰੱਬਾ, ਤੇਰੀ ਬੰਸਰੀ ਵੱਜ ਰਹੀ ਹੈ, ਪਰ ਬੰਸਰੀ ਤੇਰੀ ਵੱਜ ਰਹੀ ਹੈ ਹੁਕਮ ਦੀ। ਉਹ ਹੁਕਮ ਜਿਸ ਦੀ ਸੂਝ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਜਿੱਦਣ ਸੂਝ ਹੋ ਜਾਏਗਾ ਲੱਗੇਗਾ ਵੀ ਰੱਬ ਦੇ ਹੁਕਮ ਦੀ ਬੰਸਰੀ ਵੱਜ ਰਹੀ ਹੈ। ਧੰਨ ਧੰਨ ਉਹ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਦ ਗਾਜੈ। ਰਾਮ ਦੀ ਬੰਸਰੀ ਵੱਜ ਰਹੀ ਹੈ। ਧੰਨ ਧੰਨ ਮੇਗਾ ਰੁਮਾਵਲੀ, ਧੰਨ ਧੰਨ ਕ੍ਰਿਸ਼ਨ ਓਢੈ ਕੰਬਲੀ। ਹੁਣ ਜਿਹੜੇ ਬੰਦੇ ਸ੍ਰੀ ਕ੍ਰਿਸ਼ਨ ਜੀ ਦੇ ਭਗਤ ਨੇ, ਉਹਨਾਂ ਨੇ ਕਹਿਣਾ ਇਹ ਨਾਮਦੇਵ ਜੀ ਨੇ ਸ੍ਰੀ ਕ੍ਰਿਸ਼ਨ ਦੀ ਵਡਿਆਈ ਕੀਤੀ ਹੈ। ਧੰਨ ਧੰਨ ਤੂੰ ਮਾਤਾ ਦੇਵਕੀ, ਜਹ ਗ੍ਰਹਿ ਰਮਈਆ ਕਮਲਾਪਤੀ। ਇਹ ਦੇਵਕੀ ਦੀ ਗੱਲ ਕੀਤੀ ਹੈ। ਜਾਣੇ ਜਾਂ ਅਣਜਾਣੇ, ਜਾਂ ਅਸੀਂ ਗੁੰਮਰਾਹ ਹੋ ਜਾਂਦੇ ਹਾਂ ਜਾਂ ਸਾਨੂੰ ਗੁੰਮਰਾਹ ਕਰ ਦਿੱਤਾ ਜਾਂਦਾ ਹੈ। ਧੰਨ ਧੰਨ ਬਨਖੰਡ ਬ੍ਰਿੰਦਾਵਣਾ, ਜਹ ਖੇਲੈ ਸ਼੍ਰੀ ਨਾਰਾਇਣਾ। ਆਮ ਬੰਦੇ ਦੀ ਸਮਝ ਦੇ ਅੰਦਰ ਤਾਂ ਲੱਗੇਗਾ ਵੀ ਵਾਕਈ ਇਹ ਤਾਂ ਸ਼ਾਇਦ ਸ੍ਰੀ ਕ੍ਰਿਸ਼ਨ ਦੀ ਵਡਿਆਈ ਕੀਤੀ ਗਈ ਹੈ। ਇਹ ਖੰਡ ਬ੍ਰਹਿਮੰਡ, ਇਹ ਜੰਗਲ ਜਿਹਦੇ ਵਿੱਚ ਉਹ ਖੇਲਦੇ ਨੇ, ਕਿਉਂਕਿ ਉਹ ਚੀਜ਼ਾਂ ਉਸ ਵੇਲੇ ਲੋਕਾਂ ਦੇ, ਉਹਨਾਂ ਲੋਕਾਂ ਦੇ ਜਿਹੜੇ ਸਰਗੁਣ ਸਰੂਪ ਦੀ ਪੂਜਾ ਕਰਦੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਬਚਨ ਹੈ, ਵਾਹਿਗੁਰੂ 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 ਵਾਹਿ ਜੀਓ, ਕਮਲ ਨੈਣ ਮਧੁਰ ਬੈਨ, ਕੋਟ ਸੈਣ ਸੰਗ ਸੋਭ, ਕਹਿਤ ਮਾਂ ਯਸ਼ੋਦ ਜਿਸੇ, ਦਹੀਂ ਭਾਤ ਖਾਏ ਜੀਓ। ਦੇਖ ਰੂਪ ਅਤ ਅਨੂਪ, ਮੋਹ ਮਹਾ ਮਗ ਪਈ, ਕਿੰਕੁਨੀ ਸ਼ਬਦ ਝਨਤਕਾਰ, ਖੇਲ ਪਾਹੇ ਜੀਓ। ਕਾਲ ਕਲਮ ਹੁਕਮ ਹਾਥ, ਕਹੋ ਕੌਣ ਮੇਟ ਸਕੈ, ਈਸ ਬ੍ਰਹਮ ਗਿਆਨ ਧਿਆਨ, ਤਰਤ ਹੀ ਚਾਹੇ ਜੀਓ। ਹੁਣ ਇਹ ਸਾਰੇ ਸ਼ਬਦ ਦੇ ਅੰਦਰ ਰੱਬ ਦੀ ਵਡਿਆਈ ਨੂੰ, ਰੱਬ ਦੀ ਸੁੰਦਰਤਾ ਨੂੰ ਮਹਿਸੂਸ ਕਰਕੇ ਵਾਹ ਵਾਹ ਕੀਤੀ ਗਈ ਹੈ। ਵਾਹਿਗੁਰੂ 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 ਵਾਹਿ ਜੀਓ। ਇਹ ਵਾਹ ਉਹ ਹੈ ਜਿਹੜੀ ਅੰਦਰੋਂ ਨਿਕਲਦੀ ਹੈ। ਇਹ ਵਾਹ ਉਹ ਹੈ ਜਿਹੜੀ ਮਨ ਦੀਆਂ ਅੱਖਾਂ ਖੁੱਲਣ ਨਾਲ ਨਿਕਲਦੀ ਹੈ। ਇਹ ਵਾਹ ਉਹ ਹੈ ਜਿਹੜੀ ਰੱਬ ਦੇ ਹੁਕਮ ਦੀ ਸੂਝ ਨਾਲ ਨਿਕਲਦੀ ਹੈ। ਤੇ ਜਦੋਂ ਨਿਕਲਦੀ ਹੈ ਤੇ ਫਿਰ ਸਤਿਗੁਰੂ ਮਹਾਰਾਜ ਬਾਣੀ ਦੇ ਅੰਦਰ, ਜਿਵੇਂ ਮਾਤਾ ਯਸ਼ੋਦਾ ਆਪਣੇ ਛੋਟੇ ਜਿਹੇ ਸ੍ਰੀ ਕ੍ਰਿਸ਼ਨ ਨੂੰ ਦੇਖ ਕੇ, ਜਿਹਦੇ ਪੈਰਾਂ ਦੇ ਅੰਦਰ ਘੁੰਗਰੂ ਜਿਹੜੇ ਨੇ ਲੱਗੇ ਨੇ, ਆਵਾਜ਼ ਕਰਦੇ ਨੇ, ਜਿਹਦੀ ਤੜਾਕੀ ਜਿਹੜੀ ਲੱਕ ਦੇ ਦੁਆਲੇ ਬੰਨੀ ਉਹਨੂੰ ਬਹੁਤ ਸੋਹਣੀ ਲੱਗਦੀ ਹੈ, ਜਿਹੜੇ ਉਹਦੇ ਭਗਤ ਨੇ ਉਹਨਾਂ ਨੂੰ ਉਹ ਸਰੂਪ ਜਿਹੜਾ ਦਿਸਦਾ, ਉਹ ਉਸ ਸਥੂਲ ਦੇ ਸਰੂਪ ਨੂੰ, ਸਰਗੁਣ ਦੀ ਪੂਜਾ ਨੂੰ ਕਰਨ ਵਾਸਤੇ ਉਹਨਾਂ ਨੇ ਤਸਵੀਰ ਬਣਾ ਲਈ, ਕੋਈ ਮੂਰਤੀ ਬਣਾ ਲਈ। ਮੁਬਾਰਕ ਹੈ, ਕਰੀ ਜਾਣ। ਪਰ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਸ਼ਬਦਾਂ ਦੇ ਅੰਦਰ ਜਿਹੜੀ ਵਡਿਆਈ ਕੀਤੀ ਹੈ, ਇੱਕ ਨਿਰਗੁਣ ਬ੍ਰਹਮ ਤੋਂ ਸਿਵਾ ਕਿਸੇ ਦੀ ਨਹੀਂ ਕੀਤੀ। ਲਿਖ ਕੇ ਰੱਖ ਲਓ, ਕੋਈ ਵੀ ਬੰਦਾ ਜੋ ਮਰਜ਼ੀ ਕਹਿ ਦੇ, ਸਿੱਖ ਦਾ ਇਸ਼ਟ ਇੱਕੋ ਹੀ ਹੋ ਸਕਦਾ, ਨਿਰਗੁਣ ਪਰਮਾਤਮਾ, ਰਮਿਆ ਹੋਇਆ ਵਾਹਿਗੁਰੂ। ਪਰ ਜਦੋਂ ਉਸ ਦੀ ਵਡਿਆਈ ਕਰਦੇ, ਜਦੋਂ ਉਸ ਦੀ ਸਿਫਤ ਸਲਾਹ ਕਰਦੇ ਨੇ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਜਿਵੇਂ ਉਹ ਸ੍ਰੀ ਕ੍ਰਿਸ਼ਨ ਦੀਆਂ ਸੋਹਣੀਆਂ ਸੋਹਣੀਆਂ ਅੱਖਾਂ ਨਾ, ਕਮਲ ਨੈਣ ਮਧੁਰ ਬੈਣ, ਜਿਵੇਂ ਉਹਦੀ ਬੜੀ ਮਿੱਠੀ ਮਿੱਠੀ ਆਵਾਜ਼, ਕੋਟ ਸੈਣ ਸੰਗ ਸੋਭ, ਉਹਦੇ ਨਾਲ ਕਿੰਨੇ ਸਾਥੀ ਉਹਦੇ ਖੇਡਦੇ। ਕਹਿਤ ਮਾਂ ਯਸ਼ੋਦ, ਮਾਤਾ ਯਸ਼ੋਦਾ ਬੁਲਾ ਕੇ ਕਹਿੰਦੀ, ਦਹੀਂ ਭਾਤ ਖਾਏ ਜੀਓ। ਹੁਣ ਜੇ ਅੱਖਰੀ ਅਰਥ ਸਿਰਫ ਇੱਕ ਪੰਕਤੀ ਦੇ ਕਰਾਂਗੇ ਤੇ ਸ਼ਾਇਦ ਸਾਨੂੰ ਭੁਲੇਖਾ ਲੱਗ ਜੂਗਾ ਵੀ ਗੁਰੂ ਮਹਾਰਾਜ ਨੇ ਬਾਣੀ ਵਿੱਚ ਵੀ ਤਾਂ ਹੀ ਲਿਖਿਆ, ਤੇ ਸਾਨੂੰ ਸਾਡੇ ਮੁੱਦੇ ਤੋਂ ਭਟਕਾਉਣ ਵਾਲੇ ਵੀ ਇਹ ਕਹਿਣਗੇ, ਦੇਖੋ ਜੀ ਬਾਣੀ ਵਿੱਚ ਵੀ ਤਾਂ ਹੀ ਲਿਖਿਆ।
पर जे असी इस गल नूं ठीक ढंग दे नाल समझांगे नहीं, अगों पिछों शब्द की विचार नूं नहीं समझांगे, तो असी जिहड़े ने असी भी अपने मन के अंदर शायद एक अकाल दे भगत होने की बजाय फिर किसी होर दे भगत बन जाइए। सिख नूं महाराज ने बाणी दे राही एक अकाल दा भगत बनाया है, एक वाहिगुरू दी परमेश्वर की भगती सिखाई है, नथिंग एल्स, इस तो इलावा होर किसी दी नहीं। सतगुरु सच्चे पातशाह जी तो निर्गुण रूप के अंदर ब्रह्म नूं देख रहे ने, देख के कोरिलेट कर रहे ने, जोड़ रहे ने उन्होंने, बई परमात्मा मैनू तू इन्ना ही सोहना लगदा जिवें माता यशोदा नूं श्री कृष्ण सोहने लगदे सी, पर मैनू सोहना तू इदां लग रहा जिहड़ा तू कुदरत के अंदर पस रहा। मैं तेरी वडियाई कुदरत के अंदर इवें देख रहा जिवें माता यशोदा जी नूं अपने पुत्र श्री कृष्ण चंगे लगदे सन। मैनू तू चंगा लगदा इदां दा जिहड़ा वाहे वाहेगुरू 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 वाहे जी, वो तेरी वाह वाही है, तेरी वडियाई है, वो कुदरत के अंदर पसारे के अंदर सतगुरु सच्चे पातशाह जी ने देखी है। तन तन ओ राम बेण बाजै, मधुर मधुर तुन अनहद गाजै। तन तन मेघा रुमावली, आ बदल जिहड़े उपर ने, जिवें महाराज ने गगन नूं आकाश नूं थाल कह दिता, महाराज कहंदे आ कृष्ण की कंबली ओडी हुई है। आ जिहड़े मैनू बदल नज़र आउंदे, जिद्दां मैनू लगदा मेरा रब जिहड़ा है उन्हें आ कंबली पाई हुई है, जिद्दां कृष्ण एक काली कंबली पाउंदा सी, मेरे रब ने आ बदलों की कंबली पाई हुई है। हुण गल किच्छे दी किच्छे चलेगी, गल तां रब दी है। समझाण दा एक ढंग है, अपने मन के अंदर उस वाहिगुरू की वडियाई नूं देख के सतगुरु सच्चे पातशाह जी उस गल नूं ढंग दे नाल समझाउंदे ने, क्योंकि लोग सरगुण की पूजा करते सी। सिख नूं गुरु महाराज ने निर्गुण की वडियाई दृढ़ कराई है। रूप रंग आकार तो रहत जिहड़ा परमात्मा है, उस अकाल पुरख वाहिगुरू के स्वरूप की सोझी देंदियां उस दी सुंदरता नूं देख के महाराज फिर इन्हां गल्लां दे नाल उस नूं जोड़ के समझाउण दा यतन करदे हैं। क्योंकि गुरमुख का जिहड़ा रब है वो कुदरत विच वसदा है, वो हवा विच वसदा है, वो पानी विच वसदा है, वो धरती विच वसदा है, मिट्टी विच वसदा है, जंगलों विच वसदा है, पहाड़ों विच वसदा है। सतगुरु सच्चे पातशाह जी ने रब वो दसिया जिहड़ा रब किसी थां दे उत्ते आपां टिका के बना नहीं सकते। सतगुरु सच्चे पातशाह जी ने आख्या, पौन पानी बैसंतर माहे, चार कुंट दह दिसे समाहे, वन तिन पर्बत है पार ब्रह्म, जैसी आग्या तैसा करना। मैनू तो जंगलों में भी लगना, मैनू पहाड़ों में भी लगना, मैनू मिट्टी में भी लगना, मैनू हवा में भी लगना, मैनू पानी में भी लगना। तो जे रब असी इत्थे समझ जावांगे ना मिट्टी च रब है, तो क्यों नहीं, मिट्टी तो सानू जीवन दे रही है, रब जीवन ही देंदा ना। तो रब ने सानू जीवन देन वास्ते मिट्टी के अंदर जीवन रखिया, मिट्टी राही साडी प्रतिपालना करदा। पुछो मिट्टी के अंदर किन्ने गुण ने, मिट्टी विचों किन्नी वनस्पत पैदा होंदी है, किन्ने माइक्रो ऑर्गेनिज्म ने, किन्ने उहदे च न्यूट्रीएंट्स ने जिहड़ी साडी खुराक बनदी है। असी किहड़ा रब भालदे हैं? मिट्टी धरती बर्बाद करके रब की पूजा करना गुरमत के अंदर किसी मतलब का नहीं है। इसे करके महाराज ने आख्या सी, पवन गुरु पानी पिता माता धरत महत, दिवस रात दोए दाई दाया खेल है सगल जगत। ये तो पवन गुरु की तरह, पानी पिता की तरह, धरती माता की तरह। जिन्हें धरती विचों रब नहीं देखिया, पवन विचों रब नहीं देखिया, पानी विचों नहीं रब देखिया, फिर जो मर्जी करी जाइए शरीर के रस्मां दे नाल, फिर असल रब तां असी माफ़ करना जिस ढंग दे नाल अजोके समय के अंदर कुदरत के इन्हां रब्बी वडियाइयां का खात्मा हो रहा है, असी समझ नहीं सके। रब सिर्फ पूजा पाठ की वस्तु बना दी, जिथे रब है उत्थों रब की सानू समझ नहीं आई। पर जिन्होंने समझ आई है उन्होंने हर शै विचों रब की वडियाई देखी है, रब की कला देखी है। भगत नामदेव जी के सामने एक फकीर है, उन्होंने कभी देखिया फकीर कलंदर, पर जदों रब की वडियाई देखते कहने लगे, रब्बा तू ही तो कलंदर है, आओ कलंदर केसवा। हे मेरे प्रभु जी, तुसी कलंदर रूप में आए हो, मैनू तो तुसी कलंदर ही लगते हो। कर अबदाली भेसवा, उस अबदाली फकीर का तुसी भेस धारण किया होया है। हुण भगत नामदेव जी के सामने उन्हों की मन की अवस्था के अंदर नाम का प्रकाश होया है।
ਉਹ ਜੋ ਦੇਖ ਰਹੇ ਨੇ ਉਹ ਸੂਖਮ ਦੇਖ ਰਹੇ ਨੇ, ਜਿਹੜੀ ਗੱਲ ਕਰ ਰਹੇ ਨੇ ਸਥੂਲ ਦੀ ਕਰ ਰਹੇ ਨੇ। ਸਥੂਲ ਦੇ ਅੰਦਰ ਸੂਖਮ ਦੀ ਵਡਿਆਈ ਸਮਝਾਉਣ ਵਾਸਤੇ ਭਗਤ ਨਾਮਦੇਵ ਜੀ ਕਹਿੰਦੇ, ਜਿਨ ਆਕਾਸ਼ ਕੁਲੈ ਸਿਰ ਕੀਨੀ ਕਉਸੈ ਸਪਤ ਪਿਆਲਾ। ਤੂੰ ਐਸਾ ਮੇਰਾ ਕਲੰਦਰ ਹੈ ਰੱਬਾ, ਜਿਨੇ ਸਿਰ ਦੇ ਉੱਤੇ ਆਕਾਸ਼ ਦੀ ਟੋਪੀ ਧਾਰਨ ਕੀਤੀ ਹੈ। ਰੱਬ ਨੇ ਜਿਹੜੀ ਟੋਪੀ ਪਾਈ ਆ ਉਹ ਆਕਾਸ਼ ਦੀ ਹੈ। ਰੱਬ ਨੇ ਜਿਹੜੀ ਖੜਾਵਾਂ ਪਾਈਆਂ ਉਹ ਪਤਾਲ ਦੀਆਂ ਨੇ। ਉਹ ਕਲੰਦਰ ਦੇ ਪੈਰ 'ਚ ਖੜਾਵਾਂ ਹੁੰਦੀਆਂ ਸੀ, ਕਲੰਦਰ ਦੇ ਸਿਰ ਵਿੱਚ ਟੋਪੀ ਹੁੰਦੀ ਸੀ। ਜਿਹਨੂੰ ਕਲੰਦਰ ਫਕੀਰ ਕਿਹਾ ਜਾਂਦਾ ਸੀ, ਸੂਫੀ ਸੰਤ ਕਿਹਾ ਜਾਂਦਾ ਸੀ। ਤੇ ਮਹਾਰਾਜ ਕਹਿੰਦੇ, ਰੱਬਾ ਤੂੰ ਮੇਰਾ ਐਸਾ ਕਲੰਦਰ ਹੈ ਜਿਹਨੇ ਸਿਰ ਦੇ ਉੱਤੇ ਆਕਾਸ਼ ਦੀ ਟੋਪੀ ਪਾਈ, ਪੈਰਾਂ ਦੇ ਅੰਦਰ ਪਤਾਲ ਦੀਆਂ ਖੜਾਵਾਂ ਪਾਈਆਂ। ਹੁਣ ਲਫ਼ਜ਼ ਖੜਾਵਾਂ ਹੀ ਹੈ, ਪਰ ਖੜਾਵਾਂ ਇਹ ਧਰਤੀ ਪਤਾਲ, ਲਫ਼ਜ਼ ਟੋਪੀ ਹੈ। ਪਰ ਹੁਣ ਕੋਈ ਕਹਾਣੀ ਬਣਾ ਦੇਵੇ ਜੀ ਭਗਤ ਨਾਮਦੇਵ ਜੀ ਦੇ ਸਾਹਮਣੇ ਇੱਕ ਕਲੰਦਰ ਸੀ, ਉਹਦੀ ਟੋਪੀ ਸੀ, ਉਹਦੀਆਂ ਖੜਾਵਾਂ ਸੀ। ਭਗਤ ਨਾਮਦੇਵ ਜੀ ਕਹਿੰਦੇ ਨੇ, ਪਰਮਾਤਮਾ ਤੇਰਾ ਆਕਾਸ਼ ਜਿਹੜਾ ਇਹ ਤੇਰੇ ਸਿਰ ਦੀ ਟੋਪੀ ਬਣਿਆ ਹੋਇਆ। ਮੈਂ ਤੈਨੂੰ ਕਲੰਦਰ ਰੂਪ ਦੇ ਅੰਦਰ ਜੇ ਐਕਸਪਲੇਨ ਕਰਾਂ, ਵਿਆਖਿਆ ਕਰਾਂ, ਤੇ ਆਹ ਤੇਰਾ ਆਕਾਸ਼ ਤੇਰੀ ਟੋਪੀ ਹੈ ਤੇ ਪਤਾਲ ਤੇਰੀਆਂ ਇਹ ਖੜਾਵਾਂ ਨੇ। ਜਿਨ ਆਕਾਸ਼ ਕੁਲੈ ਸਿਰ ਕੀਨੀ ਕਉਸੈ ਸਪਤ ਪਤਾਲਾ। ਹੁਣ ਕਉਸੈ ਲਫ਼ਜ਼ ਸੁਣਿਆ ਨਹੀਂ, ਕਉਸੈ ਦਾ ਅਰਥ ਹੈ ਖੜਾਵਾਂ ਜਿਹੜੀਆਂ ਪੈਰਾਂ 'ਚ ਪਾਈਆਂ ਜਾਂਦੀਆਂ। ਸਪਤ ਪਤਾਲਾ ਤੇ ਪਤਾਲ, ਇਸ ਪਸਾਰੇ ਦੇ ਅੰਦਰ ਤੇਰੇ ਪੈਰਾਂ ਦੇ ਵਿੱਚ ਖੜਾਂ ਮੈਨੂੰ ਪ੍ਰਤੀਤ ਹੋ ਰਹੀ ਹੈ। ਚਮਰ ਪੋਸ ਕਾ ਮੰਦਰ ਤੇਰਾ ਇਹ ਬਿਦ ਬਣੇ ਗੋਪਾਲਾ। ਆ ਚਮਰ ਪੋਸ, ਸਾਰੇ ਚਮੜੇ ਦੇ ਕੱਪੜੇ ਪਾਉਣ ਵਾਲੇ ਸਰੀਰ, ਇਹ ਤੇਰੇ ਹੀ ਮੰਦਰ ਨੇ, ਇਹ ਤੇਰੇ ਹੀ ਟਿਕਾਣੇ ਨੇ। ਛਪਨ ਕੋਟ ਕਾ ਪੇਹਨ ਤੇਰਾ 16 ਸਹਿਸ ਹਜ਼ਾਰਾ। ਆ ਛਪਨ ਕੋਟ ਕਾ ਪੇਹਨ, ਪੇਹਨ ਕਹਿੰਦੇ ਚੋਗਾ, ਜਿਹੜਾ ਕਲੰਦਰ ਫਕੀਰ ਨੇ ਪਾਇਆ ਹੁੰਦਾ। ਤੇ ਮਹਾਰਾਜ ਕਹਿੰਦੇ ਨੇ, ਆਹ ਜਿਹੜੀ ਬੱਦਲਾਂ ਦੀ ਲੰਬੀ ਸਾਰੀ ਬੰਤਰ ਬਣੀ ਆਕਾਸ਼ ਦੇ ਅੰਦਰ, ਜਦੋਂ ਤੁਸੀਂ ਬਾਈ ਏਅਰ ਕਿਤੋਂ ਆਉਂਦੇ ਹੋ, ਜਹਾਜ਼ ਵਿੱਚ ਬੈਠਦੇ ਹੋ, ਕਿੰਨੇ ਬੱਦਲ ਸਾਰੇ ਅਸਮਾਨ ਤੇ ਛਾਏ ਹੋਏ। ਭਗਤ ਨਾਮਦੇਵ ਜੀ ਕਹਿੰਦੇ ਨੇ, ਜਿਹੜਾ ਰੱਬ ਕੁਦਰਤ ਵਿੱਚ ਵਸਦਾ ਇਹ ਰੱਬ ਦਾ ਚੋਗਾ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ, ਛਪਨ ਕੋਟ ਕਾ ਪੇਹਨ ਤੇਰਾ 16 ਸਹਿਸ ਇਜਾਰਾ। ਇਜਾਰਾ ਕਹਿੰਦੇ ਤੰਬਾ, ਜਿਹੜਾ ਉਹਨੇ ਤੰਬਾ ਲਾਇਆ ਹੁੰਦਾ ਸੀ, ਉੱਤੇ ਚੋਗਾ ਪਾਇਆ ਹੁੰਦਾ ਸੀ। ਤੇ ਮਹਾਰਾਜ ਕਹਿੰਦੇ 16,000 ਆਲਮ ਜਿਹੜੇ ਨੇ ਇਹ ਤਾਂ ਤੇਰਾ ਤੰਬਾ ਹੀ ਹੈ। ਭਾਰ ਉਠਾਰਾ ਮੁਦਗਰ ਤੇਰਾ ਸਹਿਨਕ ਸਭ ਸੰਸਾਰਾ। ਇਹ ਸਾਰੀ ਸ੍ਰਿਸ਼ਟੀ ਦੇ ਭਾਰ 18 ਤੋਂ ਭਾਵ ਪਦਾਰਥ ਮੇਰੇ ਵਾਸਤੇ ਉਹ ਡੰਡਾ ਨੇ ਜਿਹੜਾ ਇਸ ਫਕੀਰ ਨੇ ਪਕੜਿਆ ਹੁੰਦਾ। ਆ ਤੇਰਾ ਡੰਡਾ ਹੀ ਹੈ। ਭਗਤ ਨਾਮਦੇਵ ਜੀ ਕਹਿੰਦੇ, ਦੇਹੀ ਮਹਜਦ ਮਨ ਮੌਲਾਨਾ ਸਹਿਜ ਨਿਵਾਜ ਗੁਜ਼ਾਰੇ। ਦੇਹੀ ਮਸੀਤ ਹੈ, ਮਨ ਮੌਲਵੀ ਹੈ, ਸਹਿਜ ਦੀ ਨਮਾਜ਼ ਗੁਜ਼ਾਰ ਰਿਹਾ। ਭਗਤ ਨਾਮਦੇਵ ਜੀ ਕਹਿੰਦੇ ਨੇ, ਬੀਬੀ ਕਵਲਾ ਸੋ ਕਾਇਨ ਤੇਰਾ ਨਿਰੰਕਾਰ ਆਕਾਰ ਹੈ। ਬੀਬੀ ਕਵਲਾ ਲਕਸ਼ਮੀ ਮਾਇਆ ਇਹ ਤੇਰੀ ਦਾਸੀ ਹੈ, ਇਹ ਤੇਰੀ ਕਿਰਤ ਕਮਾ ਰਹੀ ਹੈ, ਇਹ ਤੇਰਾ ਹੁਕਮ ਬਜਾ ਰਹੀ ਹੈ, ਇਹਦੇ ਨਾਲ ਤੇਰਾ ਨਿਕਾਹ ਹੋਇਆ ਦਾ। ਤੂੰ ਮਾਲਕ ਹੈ, ਇਹ ਤੇਰੀ ਦਾਸੀ ਹੈ, ਇਹ ਤੇਰੀ ਪਤਨੀ ਹੈ। ਭਗਤ ਕਰਤ ਮੇਰੇ ਤਾਲ ਸ਼ਨਾਏ ਕਿਹ ਪੈ ਕਰੋ ਪੁਕਾਰਾ। ਪਰਮਾਤਮਾ ਤੂੰ ਹੀ ਸੀ ਜਿਨਨੇ ਮੈਨੂੰ ਮੰਦਰ ਦੇ ਵਿੱਚੋਂ ਭਗਤੀ ਕਰੇ ਨੂੰ, ਮੇਰੇ ਜਿਹੜੇ ਖੜਤਾਲ ਸੀ, ਜਿਹੜੇ ਮੇਰੇ ਛੈਣੇ ਸੀ, ਉਹ ਛਡਵਾ ਲਏ ਸੀ। ਜਦੋਂ ਭਗਤ ਨਾਮਦੇਵ ਬੰਦਗੀ ਕਰਨ ਵਾਸਤੇ ਉਸ ਦਿਵਾਲੇ ਦੇ ਅੰਦਰ ਗਿਆ, ਜਿਹਨੂੰ ਬਾਂਹ ਫੜ ਕੇ ਜਿਹੜਾ ਉਠਾ ਕੇ ਬਾਹਰ ਕੱਢ ਦਿੱਤਾ ਗਿਆ। ਹੁਣ ਭਗਤ ਨਾਮਦੇਵ ਜੀ ਆਪਣੀ ਇੱਕ ਰਿਜ਼ੈਂਟਮੈਂਟ ਵੀ ਸ਼ੋਅ ਕਰ ਰਹੇ ਆ, ਆਪਣੇ ਮਨ ਦਾ ਜਿਹੜਾ ਇਹਨਾਂ ਲੋਕਾਂ ਦੇ ਪ੍ਰਤੀ, ਜਿਹੜੇ ਧਰਮ ਦੇ ਨਾਂ ਉੱਤੇ ਅਭਿਮਾਨੀ ਹੋ ਕੇ ਜਿਨ੍ਹਾਂ ਨੇ ਭਗਤ ਨਾਮਦੇਵ ਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢਿਆ। ਮਹਾਰਾਜ ਕਹਿੰਦੇ, ਪਰਮਾਤਮਾ ਤੂੰ ਹੀ ਸੀ ਫਿਰ ਇਹਨਾਂ ਵਿੱਚ ਜਿਨ੍ਹਾਂ ਨੇ ਮੈਨੂੰ ਇਸ ਧਾਰਮਿਕ ਸਥਾਨ ਤੋਂ ਧੱਕੇ ਮਾਰ ਕੇ ਬਾਹਰ ਕੱਢੇ। ਭਗਤ ਨਾਮਦੇਵ ਜੀ ਕਹਿੰਦੇ, ਭਗਤ ਕਰਤ ਮੇਰੇ ਤਾਲ ਸ਼ਨਾਏ ਕਿਹ ਪੈ ਕਰੋ ਪੁਕਾਰਾ। ਤੇ ਅੰਤਮ ਭਗਤੀ ਭਗਤ ਨਾਮਦੇਵ ਜੀ ਕਹਿੰਦੇ ਨੇ, ਨਾਮੇ ਕਾ ਸੁਆਮੀ ਅੰਤਰਜਾਮੀ ਫਿਰੈ ਸਗਲ ਬੇਦੇ ਸਵਾ। ਜਿਹੜੀ ਨਿਚੋੜ ਦੀ ਗੱਲ ਹੈ, ਭਗਤ ਨਾਮਦੇਵ ਜੀ ਕਹਿੰਦੇ ਨੇ, ਮੇਰਾ ਜਿਹੜਾ ਸੁਆਮੀ ਹੈ, ਮੇਰਾ ਜਿਹੜਾ ਮਾਲਕ ਹੈ, ਮੇਰਾ ਜਿਹੜਾ ਖਸਮ ਹੈ, ਮੇਰਾ ਜਿਹੜਾ ਵਾਹਿਗੁਰੂ ਹੈ, ਉਹ ਸਭ ਦੇਸ਼ਾਂ ਦੇ ਅੰਦਰ ਵਿਆਪਕ ਹੈ। ਗੁਰਬਾਣੀ, ਭਗਤ ਬਾਣੀ, ਸਤਿਗੁਰੂ ਜੀ ਦਾ ਉਪਦੇਸ਼ ਉਸ ਨਿਰਗੁਣ ਬ੍ਰਹਮ ਦੀ ਵਡਿਆਈ ਕਰਦੇ, ਉਸ ਨਿਰਗੁਣ ਬ੍ਰਹਮ ਦੀ ਸੂਝ ਦਿੰਦੇ ਹੈ, ਜਿਹੜਾ ਨਿਰਗੁਣ ਬ੍ਰਹਮ ਹਰ ਸ਼ੈ ਦੇ ਅੰਦਰ ਰਮਿਆ ਹੋਇਆ ਹੈ, ਜਿਸ ਦਾ ਹੁਕਮ ਹਰ ਵਰਤਾਰੇ ਵਿੱਚੋਂ ਵਰਤ ਰਿਹਾ ਹੈ। ਜਿਸ ਬੰਦੇ ਨੂੰ ਸਿਮਰਨ ਦੇ ਨਾਲ ਆਪਣੇ ਮਨ ਦੇ ਅੰਦਰ ਇਹ ਵਿਵੇਕ ਬੁੱਧ ਦੀ ਪ੍ਰਾਪਤੀ ਹੋ ਜਾਂਦੀ ਹੈ, ਫਿਰ ਉਹਨੂੰ ਇਹ ਸਾਰੇ ਰੱਬ ਦੇ ਚੋਜ ਲੱਗਦੇ। ਜਿਵੇਂ ਮਹਾਰਾਜ ਨੇ, ਚੋਜੀ ਮੇਰੇ ਗੋਬਿੰਦਾ
चोजी मेरे प्यारे आ, हर प्रभ मेरा चोजी जी हो। वो मेरा परमात्मा बड़ा चोजी है, बड़े खेड करता, पर वो खेड वेखण वास्ते जिहड़ी सुरत है ना, वो गुरु की किरपा नाल प्राप्त होंदी है। तो आओ सतगुरु जी किरपा करन, नाम बाणी दीआं दातां गुरसिੱਖੀ जीवन बख्शण जी। सतगुरु जी की पावन बाणी की विचार करदिआं होईआं बेअंत भुल्लां दी खिमा। वाहिगुरू जी का खालसा, वाहिगुरू जी की फतेह।